ਹੈਲੋ ਡੀਅਰ ਸਟੂਡੈਂਟਸ। ਹਾਂਜੀ, ਅੱਜ ਦੇ ਵੀਡੀਓ ਲੈਸਨ ਦੇ ਵਿੱਚ ਮੈਂ ਤੁਹਾਡੇ ਲਈ ਲੈਸਨ ਨੰਬਰ 7 ਦਾ ਪੰਜਾਬ ਆ ਗਲਿੰਪਸ ਦੇ ਵਿੱਚੋਂ ਐਕਟੀਵਿਟੀ 7 ਆ ਜਿਹੜੀ ਉਹਦੇ ਸੋਲਿਊਸ਼ਨਸ ਲੈ ਕੇ ਆਈ ਹਾਂ। ਲਰਨਿੰਗ ਲੈਂਗੁਏਜ ਦੇ ਅੰਡਰ ਆਉਂਦੀ ਹੈ ਐਕਟੀਵਿਟੀ ਅਤੇ ਟੌਪਿਕ ਦਾ ਨਾਮ ਆ ਸਬਜੈਕਟ ਵਰਬ ਐਗਰੀਮੈਂਟ। ਠੀਕ ਹੈ, ਸੋ ਅੱਜ ਦੀ ਵੀਡੀਓ ਆ ਕਲਾਸ 8th ਲਈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿਦਿਆਰਥੀਆਂ ਲਈ। ਸੋ ਵੈਲਕਮ ਡੀਅਰ ਸਟੂਡੈਂਟਸ। ਹੁਣ ਆਪਾਂ ਕਰਦੇ ਹਾਂ ਸ਼ੁਰੂ। ਤੁਸੀਂ ਬੁੱਕ ਹੈ ਤੁਹਾਡੇ ਕੋਲ ਅਗਰ ਤਾਂ ਲੈ ਲਓ, ਉਹਦਾ ਪੇਜ ਨੰਬਰ 90 ਕੱਢ ਲਓ। ਮੈਂ ਤੁਹਾਨੂੰ ਸਮਝਾਉਂਦੀ ਹਾਂ ਉੱਥੋਂ ਤੇ ਦੇਖੋ। ਲਰਨਿੰਗ ਲੈਂਗੁਏਜ ਦੇ ਤਹਿਤ ਸਬਜੈਕਟ ਵਰਬ ਐਗਰੀਮੈਂਟ ਕੀ ਹੈ। ਪਹਿਲਾ ਪੁਆਇੰਟ ਸਾਨੂੰ ਕੀ ਦਿੱਤਾ ਉਹਨਾਂ ਨੇ, ਕਹਿੰਦੇ ਵਰਬ ਮਸਟ ਐਗਰੀ ਵਿਦ ਇਟਸ ਸਬਜੈਕਟ ਨੰਬਰ ਐਂਡ ਪਰਸਨ। ਕਹਿੰਦੇ ਜਿਹੜਾ ਵੀ ਵਰਬ ਆ ਸੈਂਟੈਂਸ ਦੇ ਵਿੱਚ, ਜਿੱਦਾਂ ਤੁਹਾਨੂੰ ਪਤਾ ਕਿ ਸੈਂਟੈਂਸ ਦੇ ਵਿੱਚ ਸਬਜੈਕਟ ਹੁੰਦਾ, ਵਰਬ ਹੁੰਦਾ, ਆਬਜੈਕਟ ਹੁੰਦਾ ਹੈ ਨਾ। ਜਿਹੜਾ ਵਰਬ ਆ ਕਹਿੰਦੇ ਉਹਦੀ ਸਹਿਮਤੀ ਐਗਰੀ ਕੀ ਹੁੰਦਾ, ਸਹਿਮਤੀ ਹੋਣੀ ਚਾਹੀਦੀ ਹੈ ਸਬਜੈਕਟ ਨਾਲ, ਉਹਦੇ ਨੰਬਰ ਨਾਲ ਔਰ ਪਰਸਨ ਨਾਲ। ਜੇ ਸਬਜੈਕਟ ਸਿੰਗੂਲਰ ਆ ਮਤਲਬ ਇੱਕ ਵਚਨ ਆ ਤਾਂ ਵਰਬ ਵੀ ਸਿੰਗੂਲਰ ਯੂਜ਼ ਹੋਊਗਾ। ਜੇ ਪਲੂਰਲ ਆ ਮੀਨਸ ਕਿ ਬਹੁਤੇ ਨੇ ਤਾਂ ਫਿਰ ਜਿਹੜਾ ਵਰਬ ਆ ਉਹ ਵੀ ਪਲੂਰਲ ਯੂਜ਼ ਹੋਊਗਾ ਬੇਟਾ। ਹੁਣ ਸਾਨੂੰ ਇੱਥੇ ਐਗਜ਼ਾਮਪਲ ਸਮਝਾਈ ਗਈ ਹੈ, ਦੇਖੋ। ਹੀ ਪਲੇਜ਼ ਕ੍ਰਿਕਟ, they play cricket. I am sad, we are sad. A girl is running. देखो he singular सी, plays लग गया। they की सी plural सी तो verb लग गया play। ठीक। I am sad, I ਦੇ ਨਾਲ am ਦੀ ਵਰਤੋਂ ਹੁੰਦੀ ਹੈ। ਜਦੋਂ we ਬਣ ਗਿਆ ਬਹੁਤੇ ਤਾਂ ਫਿਰ ਹੋ ਗਿਆ are। A girl singular ਆ, is ਲੱਗ ਗਿਆ ਅੱਗੇ। the girls are running, ਬਹੁਤੀਆਂ ਨੇ girls ਇਸ ਲਈ are ਲੱਗ ਗਿਆ। ਸੇਮ ਹੀ ਅਗਲੇ ਸੈਂਟੈਂਸ ਦੇ ਵਿੱਚ ਆ। A list of boys was prepared। ਇੱਥੇ ਲਿਸਟ ਦੀ ਗੱਲ ਹੋ ਰਹੀ ਹੈ, ਲਿਸਟ ਸਿੰਗੂਲਰ ਹੈ ਇਸ ਲਈ was ਲੱਗਿਆ। One of my friends has gone to the USA। ਇੱਕ ਫਰੈਂਡ ਦੀ ਗੱਲ ਹੋ ਰਹੀ ਹੈ ਇਸ ਲਈ has ਲੱਗਿਆ ਬੇਟਾ। ਠੀਕ। ਹੁਣ ਨੈਕਸਟ ਪੁਆਇੰਟ ਕੀ ਹੈ, ਕਹਿੰਦੇ ਜਿਹੜਾ ਸਬਜੈਕਟ ਹੈ ਜੇ ਉਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਸਿੰਗੂਲਰ ਨਾਊਨ ਨੇ ਜਾਂ ਪ੍ਰਨਾਊਨ ਨੇ ਜਿਹੜੇ ਜੁਆਇਨ ਕੀਤੇ ਗਏ ਨੇ ਐਂਡ ਦੇ ਨਾਲ, ਠੀਕ ਆ, ਉਸ ਤੋਂ ਬਾਅਦ ਵਰਬ ਹੈ ਜਿਹੜਾ ਉਹ ਪਲੂਰਲ ਯੂਜ਼ ਹੋਊਗਾ। ਜਿੱਦਾਂ ਹੁਣ ਐਗਜ਼ਾਮਪਲ ਕੀ ਦਿੱਤੀ ਆ, ਯੋਲੀ ਐਂਡ ਜੌਨ ਸਿੰਗੂਲਰ, ਜੋਲੀ ਇੱਕ ਜੌਨ ਇੱਕ, ਦੋਨਾਂ ਨੂੰ ਜੋੜਤਾ ਐਂਡ ਨਾਲ, ਬਟ ਵਰਬ ਕਿਹੜਾ ਲੱਗਿਆ ਫਿਰ ਵਰ, ਪਲੂਰਲ ਲੱਗਿਆ ਹੈ ਨਾ। ਇਸੇ ਤਰੀਕੇ ਨਾਲ ਦਾ ਪੋਇਟ ਐਂਡ ਦਾ ਡਰਾਮੈਟਿਸਟ। ਸੋ ਇਹ ਵੀ ਦੋ ਨੇ, ਅਲੱਗ ਅਲੱਗ ਨੇ, ਐਂਡ ਨਾਲ ਜੋੜੇ ਹੋਏ ਨੇ ਇਸ ਲਈ ਆਰ ਲੱਗਿਆ ਦੇਖੋ ਨਾਲ, ਹੈ ਨਾ। ਕੋਲਕਾਤਾ, ਮੁੰਬਈ, ਚੇਨਈ ਐਂਡ ਦਿੱਲੀ, ਕਿੰਨੇ ਸਾਰੇ ਸਿਟੀਜ਼ ਦੇ ਨਾਮ ਹੋ ਗਏ ਇਸ ਲਈ ਨਾਲ ਲੱਗਿਆ ਆਰ ਦਾ ਮੋਸਟ ਇੰਪੋਰਟੈਂਟ ਸਿਟੀਜ਼ ਆਫ ਇੰਡੀਆ। ਸੋ ਸੇਮ ਹੀ ਅੱਗੇ ਐਗਜ਼ਾਮਪਲਸ ਨੇ, ਹੀ ਐਂਡ ਆਈ ਵਰ। ਹੁਣ ਜੀ ਹੀ ਨਾਲ ਕੀ ਲੱਗਦਾ ਹੁੰਦਾ ਆਪਾਂ ਨੂੰ ਪਤਾ, ਬਾਜ ਲੱਗੂ ਜੇ ਪਾਸਟ ਆ, ਜੇ ਪ੍ਰੈਜ਼ੈਂਟ ਆ ਤਾਂ ਇਜ਼ ਲੱਗੂ, ਆਈ ਦੇ ਨਾਲ ਐਮ ਲੱਗੂ, ਪਰ ਇੱਥੇ ਦੇਖੋ ਵਰ ਲੱਗਿਆ ਹੋਇਆ ਕਿਉਂਕਿ ਹੀ ਔਰ ਆਈ ਨੂੰ ਉਹਨਾਂ ਨੇ ਐਂਡ ਨਾਲ ਜੋੜਿਆ ਹੋਇਆ ਬੇਟਾ। ਹੁਣ ਕੁਝ ਐਕਸੈਪਸ਼ਨਸ ਨੇ, ਉਹ ਕੀ ਨੇ ਉਹ ਵੀ ਆਪਾਂ ਸਮਝ ਲਈਏ ਕਿੱਥੇ ਕਿੱਥੇ ਸਾਨੂੰ ਇਹਨਾਂ ਤੋਂ ਛੋਟ ਦਿੱਤੀ ਗਈ ਹੈ। ਇਫ ਦਾ ਨਾਊਨ ਰੈਫਰਸ ਟੂ ਦਾ ਸੇਮ ਪਰਸਨ ਔਰ ਥਿੰਗ ਔਰ ਐਕਸਪ੍ਰੈਸ ਵਨ ਆਈਡੀਆ ਦਾ ਵਰਬ ਇਜ਼ ਸਿੰਗੂਲਰ। ਜੇ ਜਿਹੜਾ ਨਾਊਨ ਆ, ਠੀਕ ਹੈ, ਉਹਨਾਂ ਨੇ ਗੱਲ ਕੀਤੀ ਹੈ ਕਿ ਸੇਮ ਹੀ ਪਰਸਨ ਆ, ਇੱਕੋ ਹੀ ਪਰਸਨ ਦੀ ਗੱਲ ਹੋ ਰਹੀ ਆ। ਠੀਕ, ਜਿਵੇਂ ਆਪਾਂ ਉੱਪਰਲੇ 'ਚ ਆਪਾਂ ਗੱਲ ਕੀਤੀ ਸੀ, ਇਹਦੀ ਪਹਿਲੇ ਹੀ ਐਗਜ਼ਾਮਪਲ ਦੇਖੋ, ਦਾ ਪੋਇਟ ਐਂਡ ਡਰਾਮਾਟਿਸਟ, ਹੈ ਨਾ। ਦੋ ਅਲੱਗ ਅਲੱਗ ਸੀ ਤਾਂ ਅਸੀਂ ਆਰ ਲਾਇਆ ਸੀ ਜਾਂ ਵਰ ਲਾਇਆ ਸੀ, ਹੈ ਨਾ। ਹੁਣ ਇੱਥੇ ਕੀ ਆ ਗਿਆ, ਇੱਥੇ ਉਹਨਾਂ ਨੇ ਇਜ਼ ਲਾਇਆ, ਉੱਥੇ ਸੇਮ ਪਰਸਨ ਦੀ ਹੀ ਗੱਲ ਹੋ ਰਹੀ ਹੈ, ਇੱਕੋ ਹੀ ਆਦਮੀ ਪੋਇਟ ਵੀ ਆ ਅਤੇ ਨਾਟਕਕਾਰ ਵੀ ਹੈ ਨਾ। ਸੋ ਇਸ ਕਰਕੇ ਇਜ਼ ਲੱਗਿਆ। ਜੇ ਸੇਮ ਪਰਸਨ ਆ ਤਾਂ ਵਰਬ ਕੀ ਹੋਊ, ਸਿੰਗੂਲਰ ਯੂਜ਼ ਹੋਊਗਾ। ਮਾਈ ਫਰੈਂਡ ਫਿਲੋਸਫਰ ਐਂਡ ਗਾਈਡ ਵਾਜ਼ ਇਨਵਾਈਟਡ ਟੂ। ਹੁਣ ਦੇ ਇੱਥੇ ਹੁਣ ਕੀ ਹੋ ਗਿਆ, ਮਾਈ ਫਰੈਂਡ, ਮਾਈ ਆਪਦੇ ਫਰੈਂਡ ਦੀ ਗੱਲ ਹੋ ਰਹੀ ਹੈ, ਉਹ ਫਿਲੋਸਫਰ ਵੀ ਹੈ ਅਤੇ ਗਾਈਡ ਵੀ ਹੈ ਇਸ ਲਈ ਵਾਜ਼ ਲੱਗਿਆ, ਹੈ ਨਾ। ਅੱਗੇ ਰਾਈਸ ਐਂਡ ਕਰੀ ਇਜ਼ ਹਿਜ਼ ਫੇਵਰਟ ਡਿਸ਼। ਹੁਣ ਇੱਥੇ ਰਾਈਸ ਕਰੀ ਇੱਕ ਡਿਸ਼ ਨੂੰ ਰਿਪਰੈਜ਼ੈਂਟ ਕਰਦੇ ਆ, ਇਜ਼ ਲੱਗਿਆ। ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਇਹ ਤੁਹਾਨੂੰ ਬਲੈਂਕਸ ਵਿੱਚ ਵੀ ਆਊਗਾ ਜਦੋਂ ਅਸੀਂ ਕਰਾਂਗੇ 7ਵੀਂ ਜਿਹੜੀ ਤੁਹਾਡੀ ਐਕਟੀਵਿਟੀ ਹੈ ਬੇਟਾ। ਬਰੈਡ ਐਂਡ ਬਟਰ, ਸੋ ਇਹ ਵੀ ਦੋ ਇੱਕ ਮਿਲ ਕੇ ਇੱਕ ਚੀਜ਼ ਬਣ ਗਈ ਇਸ ਲਈ ਇਜ਼ ਆ, ਸੇਮ ਗੱਲ ਹੋ ਰਹੀ ਹੈ ਨਾ। ਸੈਕਿੰਡ ਕੀ ਹੈ, ਇਫ ਟੂ ਸਿੰਗੂਲਰ ਸਬਜੈਕਟਸ ਜੁਆਇੰਡ ਬਾਏ ਐਂਡ ਆਰ
qualified by each or every they take a singular verb। ਉੱਥੇ ਅਸੀਂ ਉੱਪਰ ਪੜ੍ਹ ਕੇ ਆਏ ਹਾਂ, ਜੇ ਦੋ ਸਿੰਗੂਲਰ ਸਬਜੈਕਟ ਨੇ ਉਹਨਾਂ ਨੂੰ ਐਂਡ ਨਾਲ ਜੋੜਿਆ ਗਿਆ ਤਾਂ ਉਦੋਂ ਬਾਅਦ ਅਸੀਂ ਪਲੂਰਲ ਵਰਬ ਯੂਜ਼ ਕਰਨਾ ਹੈ ਨਾ। ਪਰ ਹੁਣ ਇੱਥੇ ਉਹਨਾਂ ਨੇ ਗੱਲ ਕੀਤੀ ਆ, ਦੋ ਸਿੰਗੂਲਰ ਵਰਬ ਨੇ, ਸਬਜੈਕਟ ਨੇ ਸੌਰੀ, ਉਹਨਾਂ ਨੂੰ ਐਂਡ ਨਾਲ ਜੋੜਿਆ ਗਿਆ, ਬਟ ਜਿਹੜਾ ਸੈਂਟੈਂਸ ਆ ਉਹ ਈਚ ਔਰ ਐਵਰੀ ਵੀ ਉਹਦੇ ਵਿੱਚ ਹੈ ਨਾ, ਜਾਂ ਉਹਦੇ ਨਾਲ ਸਟਾਰਟ ਹੋ ਰਿਹਾ ਹੈਗਾ। ਤਾਂ ਫਿਰ ਕੀ ਆ, ਉਹਨਾਂ ਨੇ ਕੀ ਕਿਹਾ ਹੈਗਾ, ਸਿੰਗੂਲਰ ਵਰਬ ਯੂਜ਼ ਹੋਊ। ਈਚ ਐਵਰੀ ਦੇਖ ਲੈਣਾ ਤਾਂ ਸਿੰਗੂਲਰ, ਐਵਰੀ ਮੈਨ ਐਂਡ ਐਵਰੀ ਵੂਮਨ। ਹੁਣ ਇੱਥੇ ਮੈਨ ਐਂਡ ਵੂਮਨ ਦੋ ਐਂਡ ਲਾ ਕੇ ਤਾਂ ਜੋੜੇ ਹੋਏ ਨੇ, ਬਟ ਨਾਲ ਐਵਰੀ ਵੀ ਲੱਗਿਆ ਹੋਇਆ। ਸੋ ਡਿਜ਼ਾਇਰਸ ਹੈਪੀਨੈਸ, ਈਚ ਆਰ ਐਂਡ ਈਚ ਮਿੰਟ ਇਜ਼ ਇੰਪੋਰਟੈਂਟ। ਓਕੇ, ਥਰਡ ਪੁਆਇੰਟ ਕੀ ਆ, ਸਿੰਗੂਲਰ ਸਬਜੈਕਟਸ connected by or either or neither nor are followed by a singular verb। ਜਦੋਂ ਸਿੰਗੂਲਰ ਸਬਜੈਕਟ ਨੇ ਉਹਨਾਂ ਦੇ ਨਾਲ ਆਈਦਰ ਔਰ ਨਾਈਦਰ ਔਰ ਨੌਰ ਲੱਗਿਆ ਹੋਇਆ, ਠੀਕ, ਜਿੱਥੇ ਮੀਨਸ ਤੁਸੀਂ ਇਹ ਦੇਖਣਾ ਆਈਦਰ ਔਰ ਲੱਗਿਆ ਹੋਇਆ ਸੈਂਟੈਂਸ ਦੇ ਵਿੱਚ, ਨਾਈਦਰ ਔਰ ਨੌਰ ਲੱਗਿਆ ਹੋਇਆ, ਤਾਂ ਵੀ ਸਿੰਗੂਲਰ ਵਰਬ ਯੂਜ਼ ਹੋਣਾ ਗਾ। ਨੋ ਪ੍ਰਾਈਜ਼ ਔਰ ਟਰੋਫੀ ਵਾਜ਼ ਗਿਵਨ ਟੂ ਹਿਮ, ਔਰ ਲੱਗਿਆ ਸੀ ਇਸ ਲਈ ਵਾਜ਼ ਲਾਇਆ। ਨਾਈਦਰ ਆਈਦਰ ਮਨੀਸ਼ ਕੀ ਹੈ ਇਹ, ਮਨੀਸ਼ ਔਰ ਪ੍ਰਾਗ ਹੈਜ਼ ਵਨ ਦਾ ਪ੍ਰਾਈਜ਼। ਸੋ ਆਈਦਰ ਔਰ ਕਰਕੇ ਉਹਨਾਂ ਨੂੰ ਅਸੀਂ ਲਾਇਆ ਹੈਜ਼। ਨਾਈਦਰ ਔਰ ਨੌਰ ਆ ਗਿਆ ਅੱਗੇ ਥੱਲੇ, ਸੰਜੀਵ ਐਂਡ ਅਮਿਤ, ਤਾਂ ਫਿਰ ਕੀ ਹੋਇਆ, ਹੈਜ਼ ਗੋਨ ਟੂ ਸਕੂਲ ਟੂਡੇ। ਫੋਰਥ ਪੁਆਇੰਟ ਕੀ ਕਹਿ ਰਿਹਾ, ਵੈਨ the subjects connected by or nor are different numbers, the plural subject should be written in the last and it is followed by a plural verb। ਹੁਣ ਦੇਖੋ ਇੱਥੇ ਕੀ ਗੱਲ ਕਰ ਰਹੀ ਆ, ਉੱਪਰ ਆਪਾਂ ਕੀਤਾ ਸੀ ਆਈਦਰ ਔਰ ਦੀ, ਤੇ ਸਿੰਗੂਲਰ ਵਰਬ ਲੱਗੂਗਾ ਹੈ ਨਾ। ਹੁਣ ਇੱਥੇ ਕਹਿੰਦੇ ਔਰ ਲੱਗਿਆ ਹੋਵੇ ਜਾਂ ਨੌਰ ਲੱਗਿਆ ਹੋਵੇ, ਠੀਕ ਆ, ਫਿਰ ਕੀ ਆ, ਅਲੱਗ ਅਲੱਗ ਨੰਬਰ ਨੂੰ ਜੋੜਿਆ ਗਿਆ ਆਪਸ ਵਿੱਚ। ਆਈਦਰ ਰਘੂ ਔਰ ਹਿਜ਼ ਪੇਰੈਂਟਸ, ਰਘੂ ਅਤੇ ਉਹਦੇ ਪੇਰੈਂਟਸ ਦੀ ਗੱਲ ਹੋ ਰਹੀ ਆ, ਅਤੇ ਫਿਰ ਜਿਹੜਾ ਲਾਸਟ ਵਾਲਾ ਹੋਊਗਾ, ਜਿਵੇਂ ਇੱਥੇ ਹਿਜ਼ ਪੇਰੈਂਟਸ ਆ ਗਿਆ, ਉਹਦੇ ਅਕੋਰਡਿੰਗ ਪਲੂਰਲ ਵਰਬ ਲੱਗੂਗਾ। ਸੋ ਆ ਗਿਆ ਆਰ ਅੱਗੇ, ਆਰ ਟੂ ਬਲੇਮ। ਨਾਈਦਰ ਪਰਲ ਨੌਰ ਹਰ ਫਰੈਂਡਸ ਹੈਵ ਜੁਆਇਨਡ ਦਾ ਕਾਲਜ, ਹਰ ਫਰੈਂਡਸ ਬਹੁਤੇ ਨੇ ਇਸ ਲਈ ਹੈਵ ਲੱਗਿਆ। ਨਾਈਦਰ ਦਾ ਹੈਡ ਮਾਸਟਰ ਨੌਰ ਦਾ ਟੀਚਰਸ ਵਰ ਪ੍ਰੈਜ਼ੈਂਟ ਦੇਅਰ, ਠੀਕ ਹੈ, ਟੀਚਰਸ ਬਹੁਤੇ ਨੇ ਸੋ ਬਰ ਲੱਗਿਆ ਹੋਇਆ। ਹੁਣ ਇੱਥੇ ਧਿਆਨ ਦੇਣ ਵਾਲੀ, ਉੱਥੇ ਇੱਕੋ ਜਿਹੀ ਚੀਜ਼ ਗਾ, ਪ੍ਰਾਈਜ਼ ਔਰ ਟਰੋਫੀ ਇੱਕੋ ਹੀ ਹੈ ਨਾ, ਅਤੇ ਦੋ ਮੁੰਡਿਆਂ ਦੇ ਨਾਂ ਨੇ, ਕਿਸੇ ਦਾ ਕੋਈ ਵੀ ਨਾਮ ਹੋ ਸਕਦਾ, ਇਸ ਲਈ ਉੱਥੇ ਸਿੰਗੂਲਰ ਵਰਬ ਸੀ। ਇੱਥੇ ਹੁਣ ਦੋਨੋਂ ਚੀਜ਼ਾਂ ਡਿਫਰੈਂਟ ਨੇ, ਜੋੜੀਆਂ ਔਰ ਜਾਂ ਨੌਰ ਨਾਲ ਹੀ ਹੋਈਆਂ ਨੇ, ਠੀਕ ਹੈ। ਇਹ ਹੋ ਗਿਆ ਫੋਰਥ ਪੁਆਇੰਟ। ਓਕੇ, ਹੁਣ ਨੈਕਸਟ ਹੈਗਾ ਜੀ ਫਿਫਥ ਪੁਆਇੰਟ, ਵੈਨ ਦਾ ਸਬਜੈਕਟਸ ਕਨੈਕਟਡ ਬਾਏ ਨੌਰ or are to different persons, the verb agrees in person with the subject nearest to it। ਹੁਣ ਅੱਗੇ ਫਿਰ ਉਹੀ ਨੌਰ ਔਰ ਵਾਲੀ ਗੱਲ ਚੱਲ ਰਹੀ ਹੈ। ਜੇ ਸਬਜੈਕਟ ਨੇ ਪਰ ਉਹ ਡਿਫਰੈਂਟ ਨੇ, ਡਿਫਰੈਂਟ ਪਰਸਨਸ ਨੇ, ਜਿਵੇਂ ਫਸਟ ਪਰਸਨ ਹੁੰਦਾ ਗਾ ਨਾ, ਜਿਹਦੇ 'ਚ ਅਸੀਂ ਬੋਲਣ ਵਾਲਾ ਸ਼ਾਮਲ ਆ, ਸੈਕਿੰਡ ਪਰਸਨ ਜਿਹਦੀ ਅਸੀਂ ਗੱਲ ਕਰਾਂ, ਥਰਡ ਪਰਸਨ ਹੀ ਸ਼ੀ ਇਟ, ਸੈਕਿੰਡ ਹੁੰਦਾ ਯੂ ਯੂਅਰਸ ਹੈ ਨਾ, ਅਲੱਗ ਅਲੱਗ ਪਰਸਨ ਨੇ, ਤਾਂ ਵਰਬ ਕੀ ਆ, ਜਿਹੜਾ ਉਹਦੇ ਨੇੜੇ ਵਾਲਾ ਪਰਸਨ ਹੈ, ਨੀਅਰੈਸਟ, ਉਹਦੇ ਅਕੋਰਡਿੰਗ ਕੀ ਹੋਊ, ਵਰਬ ਦੀ ਵਰਤੋਂ ਕੀਤੀ ਜਾਊ। ਹੁਣ ਦੇਖੋ ਕੀ ਐਗਜ਼ਾਮਪਲ ਆ, ਨਾਈਦਰ ਯੂ ਨੌਰ ਰੋਜੀ, ਨਾਈਦਰ ਯੂ ਸੈਕਿੰਡ ਪਰਸਨ ਆ, ਰੋਜੀ ਥਰਡ ਪਰਸਨ ਹੋ ਗਿਆ। ਹੁਣ ਇੱਥੇ ਗੱਲ, ਨਾਈਦਰ ਯੂ ਨੌਰ ਰੋਜੀ ਇਜ਼ ਰਿਸਪੋਂਸੀਬਲ ਫॉर ਆਵਰ ਡਿਫੀਟ। ਹੁਣ ਯੂ ਹੁੰਦਾ ਤਾਂ ਯੂ ਦੇ ਨਾਲ ਤਾਂ ਆਰ ਲੱਗਣੀ ਸੀ। ਹੁਣ ਰੋਜੀ ਦੀ ਗੱਲ, ਰੋਜੀ ਵਰਬ ਦੇ ਜ਼ਿਆਦਾ ਨੇੜੇ ਹੈ, ਇਸ ਲਈ ਰੋਜੀ ਅਕੋਰਡਿੰਗ ਇਜ਼ ਲੱਗਿਆ ਬੇਟਾ। ਨਾਈਦਰ ਯੂ ਨੌਰ ਰਾਹੁਲ ਸੀਮਸ ਟੂ ਬੀ ਇੰਟਰਸਟਡ ਇਨ ਦਿਸ ਪਲਾਨ। ਹੁਣ ਇੱਥੇ ਵੀ ਉਹਦੇ ਅਕੋਰਡਿੰਗ ਕੀ ਆ ਗਿਆ, ਰਾਹੁਲ ਦੇ ਅਕੋਰਡਿੰਗ ਸੀਮਸ, ਕਿਉਂਕਿ ਰਾਹੁਲ ਵਰਬ ਦੇ ਨੇੜੇ ਆ। ਨਾਈਦਰ ਨੀਤੂ ਨੌਰ ਆਏ, ਹੁਣ ਜੇ ਤਾਂ ਨੀਲੂ ਅਗਰ ਨੀਲੂ ਦੀ ਗੱਲ ਹੁੰਦੀ ਤਾਂ ਫਿਰ ਇੱਥੇ ਹੈਜ਼ ਆਉਣਾ ਸੀ। ਹੁਣ ਇੱਥੇ ਆਈ ਦੇ ਨਾਲ ਹੈਵ ਲੱਗਦਾ ਹੁੰਦਾ, ਆਈ ਨੇੜੇ ਸੀ ਸੋ ਹੈਵ ਲੱਗਿਆ। ਆਈ ਹੋਪ ਕਿ ਤੁਹਾਨੂੰ ਇਹ ਸਮਝ ਲੱਗ ਗਈ ਹੋਊਗੀ ਪੁਆਇੰਟ ਦੀ। ਸਿਕਸਥ ਪੁਆਇੰਟ ਹੈ ਬੇਟਾ, ਵੈਨ ਦਾ ਸਬਜੈਕਟ ਕੰਸਿਸਟ ਆਫ ਟੂ ਨਾਊਨਸ ਔਰ ਪ੍ਰੋਨਾਊਨਸ ਜੁਆਇਨਡ ਬਾਏ ਵਿਦ ਔਰ ਐਜ਼ ਵੈਲ ਐਜ਼ the verb agree with the first of them।
ਜਦੋਂ ਦੋ ਨਾउन ਨੂੰ ਜਾਂ ਪ੍ਰਨਾउन ਨੂੰ ਜੋੜਿਆ ਜਾਂਦਾ ਕਾਹਦੇ ਨਾਲ, ਵਿਦ ਨਾਲ ਜਾਂ ਐਜ਼ ਵੈਲ ਐਜ਼ ਨਾਲ, ਤਾਂ ਫਿਰ ਕੀ ਹੈ ਜਿਹੜਾ ਵਰਬ ਕਿਵੇਂ ਲੱਗਦਾ, ਵਰਬ ਐਗਰੀ ਵਿਦ ਫਸਟ ਆਫ ਦੈਮ, ਜਿਹੜਾ ਉਹਨਾਂ 'ਚੋਂ ਪਹਿਲਾ ਹੈਗਾ ਵਰਬ ਉਹਦੇ ਅਕੋਰਡਿੰਗ ਲੱਗਦਾ ਹੈਗਾ, ਉਹਦੇ ਨਾਲ ਸਹਿਮਤ ਹੁੰਦਾ। ਆਲ ਦਾ ਸਟੂਡੈਂਟਸ ਵਿਦ ਦੇਅਰ ਟੀਚਰਸ ਵਰ ਪ੍ਰੈਜੈਂਟ ਐਟ ਦਾ ਸ਼ੋ, ਆਲ ਦਾ ਸਟੂਡੈਂਟਸ ਪਹਿਲਾਂ ਹੀ ਆ, ਸੋ ਵਰ ਲੱਗ ਗਿਆ। ਹੀ ਵਿਦ all his friends was ready to do or die, he ਦੇ ਅਕੋਰਡਿੰਗ was ਆ ਗਿਆ। they as well as I ਦੇ ਨਾਲ ਆਰ ਨਹੀਂ ਲੱਗਦਾ ਹੁੰਦਾ, ਬਟ ਦੇ ਆ ਇੱਥੇ ਪਹਿਲਾਂ ਤਾਂ ਕਰਕੇ ਆਰ ਲੱਗਿਆ, ਆਰ sick of his behavior। ਓਕੇ ਨੈਕਸਟ ਆ ਗੁੱਡ ਲੀਡਰਸ ਐਜ਼ ਵੈਲ ਐਜ਼ ਆ ਰਿਸਪੋਂਸੀਬਲ ਪਬਲਿਕ ਆਰ। ਹੁਣ ਗੁੱਡ ਟੀਚਰ, ਗੁੱਡ ਲੀਡਰਸ ਬਹੁਤੇ ਨੇ, ਇਸ ਲਈ ਆਰ ਲੱਗਿਆ, essential for the success of democracy। ਓਕੇ 7th point, when two subjects are connected by not only but also the verb agrees with the second subject। ਹੁਣ ਇੱਥੇ ਤੁਹਾਨੂੰ ਇਹ ਯਾਦ ਰੱਖਣ ਦੀ ਗੱਲ ਆ, ਜੇ ਵਿਦ ਨਾਲ ਲੱਗਿਆ ਹੋਇਆ, ਵਿਦ ਨਾਲ ਜੋੜੇ ਹੋਏ ਨੇ ਜਾਂ ਐਜ਼ ਵੈਲ ਐਜ਼ ਨਾਲ, ਤਾਂ ਪਹਿਲੇ ਦੇ ਅਕੋਰਡਿੰਗ ਵਰਬ ਲੱਗਣਾ ਗਾ। ਜੇ ਨਾਟ ਓਨਲੀ ਬਟ ਆਲਸੋ ਨਾਲ ਜੁੜਿਆ ਹੋਇਆ ਤਾਂ ਸੈਕਿੰਡ ਦੇ ਨਾਲ ਲੱਗਣਾ ਗਾ। ਹੁਣ ਇਹਦੀ ਐਗਜ਼ਾਮਪਲ ਦੇਖੋ, ਨਾਟ ਓਨਲੀ ਦਾ ਮਾਸਟਰ ਬਟ ਹਿਜ਼ ਸਰਵੈਂਟਸ। ਠੀਕ ਆ, ਨਾਟ ਓਨਲੀ ਨਹੀਂ ਹੁਣ ਦੇਖਣਾ, ਕਿਉਂਕਿ ਮਾਸਟਰ ਨਾਟ ਓਨਲੀ ਦਾ ਮਾਸਟਰ, ਮਾਸਟਰ ਨਹੀਂ ਦੇਖਣਾ, ਸੈਕਿੰਡ ਦੇਖਣਾ, ਹਿਜ਼ ਸਰਵੈਂਟਸ। ਬਹੁਤੇ ਨੇ ਤਾਂ ਹੈਵ ਲੱਗ ਗਿਆ, ਦੇਖੋ ਬੇਟਾ, ਆਲਸੋ ਬੀਨ ਬੈਡਲੀ ਬਾਉਂਡਡ। ਨਾਟ ਓਨਲੀ ਦਾ ਸੋਲਜਰਸ ਬਟ ਦਾ ਕੈਪਟਨ, ਹੁਣ ਸੋਲਜਰ ਨਹੀਂ ਦੇਖਣਾ ਤਾਂ ਕੈਪਟਨ ਦੇਖਣਾ, ਕੈਪਟਨ ਸਿੰਗੂਲਰ ਹੈ, ਹੈਜ਼ ਸਿੰਗੂਲਰ ਲੱਗ ਗਿਆ, ਹੈਜ਼ ਬੀਨ ਅਰੈਸਟਡ। ਸਮਝ ਲੱਗ ਗਈ, ਇਹ ਦੋਨੋਂ 6ਵਾਂ ਅਤੇ 7ਵਾਂ ਆਪਸ ਵਿੱਚ ਪੁਆਇੰਟ ਜੁੜੇ ਹੋਏ ਨੇ, ਦੇਖਣਾ ਧਿਆਨ ਨਾਲ ਇਹਨਾਂ ਨੂੰ, ਹੈ ਨਾ। ਵੈਨ ਦਾ ਸਬਜੈਕਟ ਇਜ਼ ਦਾ ਫਾਰਮਲ ਦੇਅਰ ਦਾ ਵਰਬ ਐਗਰੀਜ਼ ਵਿਦ ਦਾ ਰੀਅਲ ਸਬਜੈਕਟ ਦੈਟ ਫੋਲੋਜ਼ ਇਟ। ਜਦੋਂ ਮਤਲਬ ਸੈਂਟੈਂਸ ਆ ਜਿਹੜਾ ਦੇਅਰ ਦੇ ਨਾਲ ਸਟਾਰਟ ਹੋ ਰਿਹਾ ਬੇਟਾ, ਉਦੋਂ ਤੁਸੀਂ ਜਿਹੜਾ ਉਹਦਾ ਰੀਅਲ ਸਬਜੈਕਟ ਆ ਉਹਨੂੰ ਧਿਆਨ 'ਚ ਰੱਖ ਕੇ ਵਰਬ ਦੀ ਵਰਤੋਂ ਕਰਨੀ ਹੈ, ਇਹ ਗੱਲ ਕਹੀ ਜਾ ਰਹੀ ਹੈ। ਹੁਣ ਇੱਥੇ ਦੇਖੋ ਕੀ ਐਗਜ਼ਾਮਪਲ ਦਿੱਤੀ ਵੀ ਆ, ਦੇਅਰ ਇਜ਼ ਨੋ ਹੋਪ ਆਫ ਹਿਜ਼ ਸਕਸੈਸ, ਹਿਜ਼ ਸਕਸੈਸ ਦੀ ਗੱਲ ਹੋ ਰਹੀ ਆ, ਸੋ ਦੇਅਰ ਦੇ ਨਾਲ ਲੱਗ ਗਿਆ ਇਜ਼। ਦੇਅਰ ਵਰ ਮੈਨੀ ਡਿਫੀਕਲਟੀਜ਼, ਹੈ ਨਾ, ਜਾਂ ਆਸ ਦੀ ਗੱਲ ਹੋ ਸਕਦੀ, ਆਪਾਂ ਕਹਿੰਦੇ ਇੱਥੇ ਮੈਨੀ ਡਿਫੀਕਲਟੀਜ਼, ਬਹੁਤ ਡਿਫੀਕਲਟੀਜ਼ ਨੇ, ਇਸ ਲਈ ਵੱਧ ਹੋ ਗਿਆ ਤਾਂ ਫਿਰ ਵਰ ਲੱਗ ਗਿਆ। ਠੀਕ, ਅੱਗੇ ਆਈਦਰ, ਨਾਈਦਰ, ਈਚ, ਐਵਰੀਵਨ, ਵਨ ਆਫ ਦਾ, ਟੇਕ ਆ ਸਿੰਗੂਲਰ ਵਰਬ। ਜਿੱਥੇ ਵੀ ਇਹਨਾਂ ਵਰਡਸ ਦੀ ਵਰਤੋਂ ਹੋਣੀ ਆ, ਆਈਦਰ ਲੱਗਿਆ, ਨਾਈਦਰ ਲੱਗਿਆ, ਈਚ ਲੱਗਿਆ, ਐਵਰੀਵਨ ਲੱਗਿਆ, ਵਨ ਆਫ ਦਾ ਲੱਗਿਆ, ਤਾਂ ਸਿੰਗੂਲਰ ਵਰਬ ਦੀ ਵਰਤੋਂ ਕੀਤੀ ਜਾਣੀ ਹੈ। ਪਹਿਲਾਂ ਵੀ ਆਈਦਰ ਔਰ ਕਰਿਆ ਆਪਾਂ, ਉੱਥੇ ਵੀ ਆਪਾਂ ਸਿੰਗੂਲਰ ਲਗਾਉਣਾ, ਠੀਕ ਹੈ। ਸੋ ਇਹਦੀ ਐਗਜ਼ਾਮਪਲਸ ਤੁਸੀਂ ਇੱਥੋਂ ਪੜ੍ਹ ਲੈਣੀ, ਨਾਈਦਰ ਆਫ ਦਾ ਟੂ ਬੁੱਕਸ ਵਾਜ਼ ਇੰਟਰਸਟਿੰਗ, every one of these worker is an expert। ਸੋ ਇੱਦਾਂ ਹੀ ਹੋਰ ਐਗਜ਼ਾਮਪਲਸ ਦਿੱਤੀਆਂ ਹੋਈਆਂ ਨੇ। ਅਤੇ ਹੁਣ ਆਪਾਂ ਅਗਲੇ ਪੁਆਇੰਟ ਵੱਲ ਚੱਲਦੇ ਹਾਂ, 10th one, noun which are plural in form but singular in meaning should be followed by a singular verb। ਕੁਝ ਨਾउन ਨੇ ਜਿਹੜੇ ਨਾਮ ਨੇ ਪੁੱਤ, ਉਹ ਦੇਖਣ ਨੂੰ ਪਲੂਰਲ ਲੱਗਦੇ ਨੇ, ਹੈ ਨਾ, ਜਾਂ ਪਲੂਰਲ ਹੁੰਦੇ ਨੇ, ਪਰ ਉਹਨਾਂ ਦਾ ਮੀਨਿੰਗ ਕੀ ਆ, ਸਿੰਗੂਲਰ ਆ। ਸੋ ਸਿੰਗੂਲਰ ਵਰਬ ਹੀ ਲੱਗਦਾ ਨਾਲ ਉਹਦੇ, ਜਿੱਦਾਂ ਮੈਥੇਮੈਟਿਕਸ, ਮੈਥੇਮੈਟਿਕਸ ਐਸ ਲੱਗਿਆ ਹੋਇਆ, ਦੇਖਣ ਨੂੰ ਲੱਗਦਾ ਪਲੂਰਲ ਆ, ਬਟ ਉਹ ਸਿੰਗੂਲਰ ਆ, ਮੈਥ ਦੀ ਗੱਲ ਹੋ ਰਹੀ ਆ, ਸੋ ਇਜ਼ ਲੱਗਿਆ। ਪੋਲੀਟਿਕਸ, ਹੈ ਨਾ, ਇਹਦੇ ਨਾਲ ਵੀ ਇਜ਼ ਲੱਗੂਗਾ, ਇਹਨੂੰ ਇੱਦਾਂ ਹੀ ਯਾਦ ਕਰ ਲਓ, ਹੈ ਨਾ। ਦਾ ਵੇਜ਼ਸ ਆਫ ਸੇਮ ਇਜ਼ ਦਾ ਨਿਊਜ਼, ਨਿਊਜ਼ ਤੁਸੀਂ ਆਮ ਹੀ ਸੁਣਦੇ, ਨਿਊਜ਼ ਸਿੰਗੂਲਰ ਆ, ਬਟ ਦੇਖਣ ਨੂੰ ਕੀ ਲੱਗ ਰਿਹਾ ਤੁਹਾਨੂੰ, ਪਲੂਰਲ ਆ, NEWS, ਹੈ ਨਾ, ਐਸ ਲੱਗੀ ਹੋਈ ਨਾਲ। ਨਿਊਜ਼ ਇਜ਼ ਟੂ ਗੁੱਡ ਟੂ ਬੀ ਟਰੂ, ਗੁਲੀਵਰਸ ਟਰੈਵਲਰਸ, ਇਹ ਵੀ ਹੁਣ ਲੱਗਦਾ ਦੇਖਣ ਨੂੰ, ਐਸ ਲੱਗੀ ਹੋਇਆ, ਟਰੈਵਲਰਸ, ਹੈ ਨਾ, ਟਰੈਵਲਸ, ਸੋ ਇਹਦੇ ਨਾਲ ਵੀ ਇਜ਼ ਲੱਗਣਾ। ਨੈਕਸਟ ਆ ਕਲੈਕਟਿਵ ਨਾउन, ਕ੍ਰਿਊ, ਯੂਰੀ, ਕਮੇਟੀ। ਜਿੱਦਾਂ ਆਪਾਂ ਨੂੰ ਪਤਾ ਜਿਹੜੇ ਇਕੱਠਵਾਚਕ ਨਾਮ ਹੁੰਦੇ ਨੇ, ਠੀਕ, ਫੋਲੋਡ ਬਾਏ ਅ ਸਿੰਗੂਲਰ ਵਰਬ, ਵੈਨ ਦਾ ਗਰੁੱਪ ਇਜ਼ ਥਾਊਟ ਆਫ ਐਜ਼ ਅ ਸਿੰਗਲ ਯੂਨਿਟ। ਕਹਿੰਦੇ ਜਦੋਂ ਜਿਹੜੇ ਕਲੈਕਟਿਵ ਨਾउन ਨੇ ਉਹ ਸਿੰਗੂਲਰ ਯੂਨਿਟ ਦੇ ਤੌਰ 'ਤੇ ਪੇਸ਼ ਹੁੰਦੇ ਨੇ ਤਾਂ ਸਿੰਗੂਲਰ ਵਰਬ ਲੱਗੂ। ਜਦੋਂ ਉਹਨਾਂ ਦੇ ਇਕੱਲੇ ਮੈਂਬਰ, ਇੰਡੀਵਿਜੂਅਲ ਮੈਂਬਰ ਦੀ ਗੱਲ ਹੋ ਰਹੀ ਹੈ ਗਰੁੱਪ ਦਿਆਂ ਦੀ, ਫਿਰ ਪਲੂਰਲ ਵਰਬ ਲੱਗੂਗਾ। ਹੁਣ ਦੇਖੋ ਇਹਨੂੰ ਕਿਵੇਂ ਆਪਾਂ ਨੂੰ ਪਤਾ ਲੱਗੂਗਾ,
A committee was appointed to suggest some reforms. ਇੱਕ ਕਮੇਟੀ ਬਣਾਈ ਗਈ ਆ ਕੁਝ ਸੁਧਾਰ ਕਰਨ ਲਈ, ਕਮੇਟੀ ਦੀ ਗੱਲ ਹੋ ਰਹੀ ਹੈ, ਸੋ ਬਾਜ਼ ਲੱਗਿਆ। ਹੁਣ ਅਗਲਾ ਕੀ ਆ, ਦ ਕਮੇਟੀਜ਼ ਵਰ ਡਿਵਾਈਡਡ ਔਨ ਦਾ ਇਸ਼ੂ। ਕਮੇਟੀ ਆ ਜਿਹੜੀ ਵੰਡੀ ਗਈ ਕਮੇਟੀ ਵੰਡੀ ਗਈ ਮੀਨਸ ਉਹਦੇ ਮੈਂਬਰਾਂ ਦੀ ਗੱਲ ਹੋ ਰਹੀ ਹੈ, ਮੈਂਬਰ ਅਲੱਗ-ਅਲੱਗ ਹੋ ਗਏ ਕਿਸੇ ਇਸ਼ੂ ਨੂੰ ਲੈ ਕੇ, ਸੋ ਬਾਰ ਆ ਗਿਆ। ਦਾ ਯੂਰੀ ਵਾਸ, ਦੇਖੋ ਇਹ ਯੂਰੀ ਵੀ ਹੈ ਨਾ ਜੱਜਾਂ ਦਾ ਪੈਨਲ ਹੁੰਦਾ ਗਾ, ਜਦੋਂ ਯੂਰੀ ਦੀ ਗੱਲ ਹੋਊ ਤਾਂ ਬਾਜ਼ ਲੱਗੂ, ਜਦੋਂ ਯੂਰੀ ਮੈਂਬਰਾਂ ਦੀ ਗੱਲ ਹੋ ਯੂਰੀ ਡਿਵਾਈਡਡ ਇਨਟੂ ਦਾ ਦੇਅਰ ਓਪੀਨੀਅਨ, ਸੋ ਉੱਥੇ ਬਾਰ ਲੱਗ ਜੂਗਾ। ਆਈ ਹੋਪ ਕਿ ਇਹ ਵੀ ਸਮਝ ਲੱਗ ਗਿਆ ਉਹ ਤੁਹਾਨੂੰ ਪੁਆਇੰਟ। ਨੈਕਸਟ ਆ ਵੈਨ ਦਾ ਸਬਜੈਕਟ ਆਫ ਅ ਵਰਬ ਇਜ਼ a relative pronoun the verb agree in number and person with the। ਹਾਂਜੀ ਹੁਣ ਇੱਥੇ ਗੱਲ ਹੋ ਰਹੀ ਆ relative pronoun ਦੀ, ਠੀਕ ਆ। ਜਦੋਂ relative pronoun ਦੀ ਵਰਤੋਂ ਕੀਤੀ ਜਾਂਦੀ ਹੈ, ਜਿਹੜਾ ਵਰਬ ਆ ਉਹ ਕਿਹਦੇ ਨਾਲ ਐਗਰੀ ਹੁੰਦਾ, ਉਹਦੇ ਨੰਬਰ ਨਾਲ ਜਾਂ ਪਰਸਨ ਨਾਲ, ਠੀਕ। ਹੁਣ ਕਿਵੇਂ ਦੇਖੋ, ਤੈਨੂੰ ਪੜ੍ਹ ਕੇ ਪਹਿਲਾਂ ਦੀ ਐਗਜ਼ਾਮਪਲ ਨੂੰ ਧਿਆਨ ਨਾਲ ਦੇਖੋ ਕੀ ਦਿੱਤਾ ਹੋਇਆ ਹੈ ਨਾ। ਮੀਨਸ ਇੱਕ ਇੱਥੇ ਵਰਡ ਆਇਆ ਦਾ, ਇਹ ਹੈਗਾ ਵਰਡ ਐਂਟੀਸੀਡੈਂਟ, ਜਿਹਦਾ ਮਤਲਬ ਹੁੰਦਾ ਪੂਰਵਜ ਜਾਂ ਪੂਰਵ ਬਿਰਤਾਂਤ, ਠੀਕ ਹੈ। ਮੈਂ ਤੁਹਾਨੂੰ ਇੱਥੇ ਪੈਨ ਅਪ ਕਰਕੇ ਦੱਸਦੀ ਹਾਂ, ਆ ਸੀ, ਠੀਕ ਹੈ। ਐਂਟੀਸੀਡੈਂਟ ਮੀਨਸ ਜਿਹੜਾ ਉਸ ਤੋਂ ਪਹਿਲਾਂ ਕੋਈ ਬਿਰਤਾਂਤ ਦਿੱਤਾ ਗਿਆ ਗਾ ਜਾਂ ਪਹਿਲੇ ਪਿਛਲੀ ਕੋਈ ਗੱਲ ਕੀਤੀ ਗਈ ਆ ਹੈ ਨਾ ਰਿਲੇਟਿਵ ਪ੍ਰੋਨਾਊਨ ਦੀ, ਉਦੋਂ ਗੱਲ ਹੋਊ। ਦਾ ਬੁਆਏ ਹੂ ਆਲਵੇਜ਼ ਸਟੈਂਡ ਫਸਟ ਇਜ਼ ਮਾਈ ਸਨ। ਉਸ ਲੜਕੇ ਦੀ ਗੱਲ ਹੋ ਰਹੀ ਆ, ਇਹ ਦੱਸਿਆ ਜਿਹੜਾ ਹਮੇਸ਼ਾ ਫਸਟ ਆਉਂਦਾ ਹੈ ਨਾ। ਸੋ ਦ ਟਾਈਮ ਵਿਚ ਇਜ਼ ਲੋਸਟ ਫੋਰ ਐਵਰ। ਸੋ ਇਸ ਤਰੀਕੇ ਨਾਲ ਤੁਹਾਡੇ ਕੋਲ ਹੋਰ ਐਗਜ਼ਾਮਪਲਸ ਨੇ, ਇਹਨਾਂ ਨੂੰ ਦੇਖ ਲੈਣਾ। ਵੀਡੀਓ ਲੰਬੀ ਹੁੰਦੀ ਜਾਂਦੀ ਹੈ, ਇਸ ਲਈ ਮੈਨੂੰ ਸਮ ਅਪ ਕਰਨ ਦੀ ਕੋਸ਼ਿਸ਼ ਕਰਨੀ ਹੈ ਜਲਦੀ। ਚਲੋ ਜੀ ਨੈਕਸਟ ਵਨ ਆ ਵੈਨ ਦਾ ਸਬਜੈਕਟ ਇਜ਼ ਦ ਸਮ ਆਫ ਮਨੀ ਕੰਸੀਡਰ ਐਜ਼ ਅ ਹੋਲ ਅ ਸਿੰਗੂਲਰ ਵਰਬ ਇਜ਼ ਯੂਜ਼ਡ। ਜਦੋਂ ਜਿਹੜਾ ਸਬਜੈਕਟ ਆ ਸਮ ਆਫ ਮਨੀ, ਕੁਛ ਪੈਸੇ ਦੀ ਗੱਲ ਹੋ ਰਹੀ ਆ, ਹੋਲ ਦੇ ਤੌਰ 'ਤੇ ਇਕੱਠੇ ਪੈਸੇ ਦੇ ਤੌਰ 'ਤੇ ਵਰਤਿਆ ਜਾਂਦਾ, ਸਿੰਗੂਲਰ ਵਰਬ ਯੂਜ਼ ਹੁੰਦਾ। ਜਿੱਦਾਂ 100 ਰੁਪੀ ਇਜ਼ ਨਾਟ ਆ ਸਮਾਲ ਅਮਾਊਂਟ। ਹੁਣ ਇੱਥੇ 100 ਰੁਪਏ ਦੀ ਗੱਲ ਹੋ ਰਹੀ ਹੈ ਇਕੱਠੇ ਦੀ, ਵੀ ਕੋਈ ਬਾਹਲਾ ਵੱਡਾ ਅਮਾਊਂਟ ਨਹੀਂ ਹੈਗਾ, ਜਾਂ ਆਪਾਂ ਕਹਾਂਗੇ ਕੋਈ ਬਾਹਲਾ ਛੋਟਾ ਅਮਾਊਂਟ ਨਹੀਂ ਹੈਗਾ, ਕਿਸੇ ਵੀ ਤਰੀਕੇ ਨਾਲ ਗੱਲ ਹੋ ਨਾ। ਹੁਣ ਅੱਗੇ ਗੱਲ ਕੀ ਕਰ ਰਿਹਾ, ਇਫ ਦਾ ਸਬਜੈਕਟ ਇਜ਼ ਆ ਸਮ ਆਫ ਮਨੀ ਐਂਡ ਇਟ ਰੈਫਰ ਟੂ ਦਾ ਨੋਟਸ ਔਰ ਕੁਆਇਨਸ ਕੰਸੀਡਰ ਸੈਪਰੇਟਲੀ ਆ ਪਲੂਰਲ ਵਰਬ ਇਜ਼ ਯੂਜ਼ਡ। ਜੇ ਤਾਂ 100 ਰੁਪਏ ਦੀ ਗੱਲ, ਕਿਸੇ ਵੀ ਕਿੰਨੇ ਵੀ ਪੈਸੇ ਦੀ ਗੱਲ ਹੋ ਰਹੀ ਆ, ਉਹਦੇ ਆਪਾਂ ਇਕੱਲੇ ਪੈਸੇ ਦੀ ਗੱਲ ਕਰ ਰਹੇ ਹਾਂ ਨਾ, ਵੀ ਇੰਨੇ 100 ਰੁਪਈਆ ਘੱਟ ਨਹੀਂ ਹੁੰਦਾ, 100 ਰੁਪਈਆ ਜ਼ਿਆਦਾ ਨਹੀਂ ਹੁੰਦਾ ਹੈ ਨਾ, ਜਿੱਦਾਂ ਪਹਿਲੇ ਹੀ ਆਪਣਾ ਸੈਂਟੈਂਸ ਆ, ਤਾਂ ਉੱਥੇ ਸਿੰਗੂਲਰ ਵਰਬ ਹੋਣਾ। ਜਦੋਂ ਉਹਦੇ ਨੋਟਾਂ ਦੀ ਗੱਲ ਹੋ ਰਹੀ ਹੈ ਜਾਂ ਕੁਆਇਨਸ ਦੀ ਗੱਲ ਹੋ ਰਹੀ ਹੈ, 100 ਰੁਪੀਜ਼ ਵਰ ਫਾਊਂਡ ਇਨ ਹਿਜ਼ ਪਰਸ, ਉਹਦੇ ਪਰਸ ਦੇ ਵਿੱਚੋਂ ਮੈਨੂੰ 100 ਰੁਪਈਆ ਲੱਭਿਆ ਹੈ ਨਾ। ਸੋ ਉੱਥੇ ਕਾਊਂਟਿੰਗ ਦੀ ਗੱਲ ਹੋ ਰਹੀ ਹੈ ਉਹਦੀ, ਹੈ ਨਾ। ਅਤੇ ਫਿਰ ਕੀ ਆ ਗਿਆ, ਪਲੂਰਲ ਆਉਣਾ ਤਾਂ ਵਰ ਲੱਗਿਆ ਹੋਇਆ। ਸੇਮ ਹੀ ਇੱਦਾਂ ਦੀਆਂ ਐਗਜ਼ਾਮਪਲਸ ਹੋਰ ਦਿੱਤੀਆਂ ਹੋਈਆਂ ਨੇ, ਠੀਕ। ਲਓ ਜੀ ਹੁਣ ਤੁਹਾਨੂੰ ਇਹ ਸਾਰੇ ਜਿੰਨੇ ਇਹਦੇ ਰੂਲ ਰੈਗੂਲੇਸ਼ਨਸ ਸੀ ਸਮਝਾ ਦਿੱਤੇ ਨੇ। ਹੁਣ ਅੱਗੇ ਆ ਗਈ ਐਕਟੀਵਿਟੀ ਨੰਬਰ 7, ਕਰੈਕਟ। ਅਸੀਂ ਜਿਹੜੀ ਬਲੈਂਕਸ ਆ ਭਰਨੀ ਆ, ਬਰੈਕਟ ਦੇ ਵਿੱਚ ਸਾਨੂੰ 2 ਪ੍ਰੋਵਾਈਡ ਕਰਵਾਈਆਂ ਗਈਆਂ ਨੇ। ਹੁਣ ਮੈਂ ਤੁਹਾਨੂੰ ਇੱਥੇ ਪਹਿਲਾਂ ਦੱਸ ਦਿੰਦੀ ਹਾਂ ਕਿਹੜਾ ਕਿਹੜਾ ਭਰਿਆ ਜਾਂਦਾ, ਫਿਰ ਤੁਸੀਂ ਆਪਣੀ ਬੁੱਕ 'ਤੇ ਇਹਨੂੰ ਨੋਟ ਡਾਊਨ ਕਰ ਲੈਣਾ, ਠੀਕ ਆ। ਦ ਟਾਲੈਸਟ ਆਫ ਦੀਜ਼ ਬੁਆਇਜ਼ ਡੈਸ਼ ਨੈਕਸਟ ਡੋਰ ਟੂ ਮੀ ਲਿਵ ਔਰ ਲਿਵਸ। ਟਾਲੈਸਟ ਬੁਆਏ ਇੱਕ ਲੜਕੇ ਦੀ ਗੱਲ ਹੋ ਰਹੀ ਹੈ, ਸੋ ਲਿਵਸ ਆਊਗਾ। ਨੈਕਸਟ ਆਲ ਦਾ ਪਲੇਅਰ ਇਨ ਮਾਈ ਟੀਮ ਡਨ ਵੈਲ। ਹੁਣ ਇੱਥੇ ਕੀ ਆਊਗਾ ਦੇਖੋ ਤੁਸੀਂ, ਹੈਜ਼ ਆਊਗਾ ਹੈਵ ਆਊਗਾ, ਆਲ ਦਾ ਪਲੇਅਰਸ, ਸੋ ਹੈਵ ਆਊਗਾ ਬੇਟਾ। ਦ ਟੋਇਜ਼ ਦੈਟ ਵਰ ਵਾਊਟ ਬਾਈ ਅਨੈਲ ਡੈਸ਼ ਰੀਅਲੀ ਯੂਜ਼ਫੁਲ, ਟੋਇਜ਼, ਸੋ ਆ ਗਿਆ ਆਰ। ਕੋਈ ਗੱਲ ਨਹੀਂ, ਇੱਥੇ ਤੁਹਾਨੂੰ ਲੱਗੂ ਵੀ ਮੈਡਮ ਸਿਰਫ ਆਨਸਰ ਬੋਲ ਰਹੇ ਨੇ, ਆਪਾਂ ਇੱਥੇ ਚਾਹੋਂ ਤਾਂ ਆਪਾਂ ਟਿਕ ਵੀ ਕਰ ਦਿੰਦੇ ਹਾਂ, ਬਟ ਮੈਂ ਤੁਹਾਨੂੰ ਲਿਖਿਆ ਹੋਇਆ ਵੀ ਪ੍ਰੋਵਾਈਡ ਕਰਾ ਦੂੰਗੀ ਪਿੱਛੇ ਜਾ ਕੇ ਬਾਅਦ 'ਚ, ਠੀਕ ਹੈ। ਮੈਂ ਬੁੱਕ 'ਤੇ ਜਿੱਦਾਂ ਭਰਿਆ। ਓਕੇ ਹੀ, ਹੁਣ ਹੀ ਤਾਂ ਆਪਾਂ ਨੂੰ ਪਤਾ ਸਿੰਗੂਲਰ ਆਊ, ਇਹਦੇ ਨਾਲ ਵਾਕਸ ਆਊਗਾ, ਇਹ ਤਾਂ ਤੁਹਾਨੂੰ ਮੈਨੂੰ ਪਤਾ ਆਉਂਦਾ ਹੈ ਨਾ। ਸਲੋ ਐਂਡ ਸਟੱਡੀ ਉੱਧਰ ਪੜ੍ਹਿਆ ਸੀ ਮੈਂ, ਜਦੀ ਕਿਹਾ ਸੀ ਤੁਹਾਨੂੰ ਆਇਆ ਹੋਇਆ ਉੱਧਰ। ਵਿੰਸ, ਟਾਈਮ ਐਂਡ ਟਾਈਡ, ਵੇਟ ਫॉर ਨਨ, ਠੀਕ। ਅੱਗੇ ਆ ਜਾਓ ਜੀ, ਆਇਲ ਐਂਡ ਵਾਟਰ, ਇਹ ਉਹਦੇ ਨਾਲ ਦਾ ਹੀ ਆ, ਵੇਟਸ ਫॉर ਨਨ। ਆਇਲ ਐਂਡ ਵਾਟਰ ਡੈਸ਼ ਮਿਕਸ, ਕੀ ਆਊ, ਡੂ ਨਾਟ। ਲਓ ਜੀ ਹੁਣ ਅੱਗੇ ਚੱਲਦੇ ਆਪਾਂ। ਲਓ ਜੀ ਆ ਗਿਆ 8th, ਤੰਬਾਕੂ ਐਂਡ ਅਲਕੋਹਲ ਡੈਸ਼ ਇੰਜਰਸ ਟੂ ਹੈਲਥ।
ਹੁਣ ਕੀ ਆਊਗਾ? ਅਲਕੋਹਲ ਤੇ ਤੰਬਾਕੂ, ਦੋ ਚੀਜ਼ਾਂ ਦੀ ਗੱਲ ਹੋ ਰਹੀ ਆ। ਆਰ ਆਈਦਰ ਅਸ਼ੋਕ ਔਰ ਰਕੇਸ਼, ਦੋ ਮੁੰਡਿਆਂ ਦੀ ਗੱਲ ਹੋ ਰਹੀ ਆ। ਫਿਰ ਕੀ ਆਉਣਾ? ਹੈਜ਼ ਸਿੰਗੂਲਰ ਆਊਗਾ। ਪਹਿਲੇ 'ਚ ਕੀ ਦੱਸਿਆ ਸੀ ਉਹਨੇ ਮੈਂ ਤੁਹਾਨੂੰ? ਆਰ। ਸੋ ਫਿਰ ਦੂਜੇ 'ਚ ਕੀ ਆਇਆ ਸੀਗਾ? ਹੈਜ਼। ਤੀਜੇ 'ਚ ਆਈਦਰ ਯੂ ਔਰ ਹੀ। ਮਿਸਟੇਕਨ, ਹੀ ਦੇ ਨਾਲ ਕੀ ਲੱਗਦਾ ਹੁੰਦਾ? ਇਜ਼ ਹੈ। 10ਵੇਂ 'ਚ ਕੀ ਆਉਣਾ ਸੀ ਫਿਰ? ਇਜ਼, ਕਿਉਂਕਿ ਆਪਾਂ ਪੜ੍ਹਿਆ ਸੀ ਆਈਦਰ ਲੱਗਿਆ ਹੋਇਆ ਔਰ, ਪਰ ਯੂ ਔਰ ਹੀ ਹੈ ਨਾ, ਫਸਟ ਕਿਸੇ ਡਿਫਰੈਂਟ ਪਰਸਨਸ ਦੀ ਗੱਲ ਹੋ ਰਹੀ ਹੈ। ਸੋ ਇਜ਼ ਆਉਣਾ। ਨਾਈਦਰ ਦਾ ਜੱਜ ਨੋਰ ਦਾ ਵਿਟਨੈਸ ਡੈਸ਼ ਹਿਮ। ਹੁਣ 11ਵੇਂ ਦੇ ਵਿੱਚ ਕੀ ਆਂਸਰ ਆਉਣਾ? ਬਲੀਵ। ਠੀਕ, ਪਹਿਲੇ ਵਾਲਾ ਹੀ। ਨਾਈਦਰ ਦਾ ਕੈਪਟਨ ਨੋਰ ਦਾ ਸੋਲਜਰਸ ਬੀਨ ਅਰੈਸਟਡ, ਇਹ ਵੀ ਆਇਆ ਸੀ ਹੈ ਨਾ ਮੂਹਰੇ, ਮੈਨੂੰ ਲੱਗਦਾ ਆਪਾਂ ਉਹਦੇ 'ਚ ਆਪਸ਼ਨ 'ਚ ਜਿਹੜੇ ਐਗਜ਼ਾਮਪਲਸ ਦਿੱਤੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਪੜ੍ਹਿਆ ਸੀ। ਸੋ ਫਿਰ ਕੀ ਹੋਣਾ? ਹੈਵ। ਅਤੇ ਕਿਉਂਕਿ ਸੈਕਿੰਡ ਵਨ ਦੇਖਣਾ, ਸੋਲਜਰਸ ਹੈਵ ਆ ਗਿਆ। ਆਈਦਰ ਹੀ ਔਰ ਆਈ ਦੇ ਨਾਲ ਕੀ ਹੋਣਾ? ਐਮ, ਕਿਉਂਕਿ ਦੋ ਡਿਫਰੈਂਟ ਪਰਸਨਸ ਨੇ। ਹੀ ਐਜ਼ ਵੈਲ ਐਜ਼ ਯੂ। ਇਨੋਸੈਂਟ, ਹਾਂ ਆਪਾਂ ਗੱਲ ਕਰੀ ਸੀ ਐਜ਼ ਵੈਲ ਐਜ਼ ਵਾਲਿਆਂ ਦੀ। ਸੋ ਫਿਰ ਕੀ ਆਉਣਾ ਬਈ ਇੱਥੇ ਦੱਸੋ? ਇਜ਼ ਸਿੰਗੂਲਰ। ਲਓ ਜੀ, ਇਹ ਵੀ ਹੋ ਗਿਆ। ਨੈਕਸਟ, ਈਚ ਡੇ ਐਂਡ ਈਚ ਆਰ ਇਜ਼ ਇਟਸ ਓਨ ਇੰਪੋਰਟੈਂਸ, ਇਹ ਵੀ ਆਪਾਂ ਕੀਤਾ ਸੀ। ਜਿੱਥੇ ਈਚ ਵਾਲਾ ਹੋਵੇ, ਈਚ ਇੱਧਰ ਵਾਲਾ ਹੋਵੇ, ਫਿਰ ਕੀ ਆਉਂਦਾ ਹੁੰਦਾ? ਸਿੰਗੂਲਰ ਆਉਂਦਾ ਹੁੰਦਾ। ਹੁਣ ਇਹਨਾਂ ਦੋਨਾਂ 'ਚ ਜਿਹੜੇ ਹੈਜ਼ ਹੈਵ ਦਿੱਤਾ ਹੋਇਆ, ਹੈਜ਼ ਆ ਸਿੰਗੂਲਰ। ਆਈਦਰ ਆਫ ਦੀਜ਼ ਟੂ ਪ੍ਰਪੋਜ਼ਲਸ ਡੈਸ਼ ਐਕਸੈਪਟੇਬਲ ਟੂ ਮੀ। ਹੁਣ ਦੇਖੋ ਤੁਹਾਨੂੰ ਕੀ ਲੱਗਦਾ ਇਹਦੇ 'ਚੋਂ ਕੀ ਆ ਜਾਊਗਾ 16ਵੇਂ 'ਚ? ਸੋਚੋ ਮਾੜਾ ਜਿਹਾ। ਆਈਦਰ ਲੱਗਿਆ ਹੋਇਆ, ਆਫ ਦੀਜ਼ ਟੂ ਪ੍ਰਪੋਜ਼ਲਸ ਇਜ਼ ਐਕਸੈਪਟੇਬਲ ਟੂ ਮੀ। ਸੋ ਕੀ ਆ ਗਿਆ? ਇਜ਼। ਦਾ ਜਿਊਰੀ, ਹਾਂ ਹੁਣ ਆ ਗਿਆ। ਡਿਵਾਈਡਡ ਆ ਗਿਆ ਤਾਂ ਪਲੂਰਲ ਲੱਗਣਾ, ਡਿਵਾਈਡਡ ਆ ਗਿਆ। ਫਿਰ ਕੀ ਆਉਣਾ? ਬਰ। ਆਪਾਂ ਕਿਹਾ ਸੀ ਜੇ ਯੂਰੀ ਦੀ ਡਿਵਾਈਡਡ ਵਾਲਾ ਵਰਡ ਆਊਗਾ ਵਿੱਚ, ਫਿਰ ਪਲੂਰਲ ਲੱਗਣਾ। ਦਾ ਅਸੈਂਬਲੀ ਇਨ ਸੈਸ਼ਨ, ਅਸੈਂਬਲੀ ਵੀ ਇਕੱਠਵਾਚਕ ਨੂੰ ਠੀਕ ਆ ਦਰਸਾਉਂਦਾ ਗਾ, ਬਟ ਇੱਥੇ ਉਹਦੇ ਡਿਵੀਜ਼ਨ ਦੀ ਕੋਈ ਗੱਲ ਨਹੀਂ ਹੋਈ। ਸੋ ਇਸ ਲੱਗੂਗਾ। ਨੈਕਸਟ ਹੈਗਾ ਆਈ ਐਮ ਦਾ ਵਨ ਹੂ ਡੈਸ਼ ਆਲਵੇਜ਼ ਸਟੂਡ ਫॉर ਜਸਟਿਸ। ਹਾਂਜੀ, ਇਹ ਵੀ ਆਪਾਂ ਹੁਣੇ ਕਰਕੇ ਤੇ ਲਾਸਟ 'ਤੇ ਜਾ ਕੇ ਇੱਥੇ ਵੀ ਕੀ ਆਉਣਾ? ਹੈ ਸਿੰਗੂਲਰ ਆਉਣਾ। 20th ਔਰ ਲਾਸਟ ਵਨ, this is one of the most difficult lesson that one of the most, ਹੁਣੇ ਆਪਾਂ ਕੀਤਾ ਸੀ ਇਹ ਵੀ ਹੈਜ਼ ਸਿੰਗੂਲਰ ਆਉਣਾ। ਸੋ ਲੱਗ ਗਿਆ ਹੈਜ਼। ਲਓ ਜੀ ਬੇਟਾ, ਮੈਂ ਨਿਸ਼ਾਨੀਆਂ ਲਗਾਤੀਆਂ ਨੇ ਇੱਥੇ ਸਾਰਿਆਂ 'ਤੇ। ਠੀਕ, ਇਹਨੂੰ ਤੁਸੀਂ ਕਰ ਲੈਣਾ ਨੋਟ। ਇੱਦਾਂ ਤੁਸੀਂ ਜਿੱਦਾਂ ਮੈਂ ਬੁੱਕ 'ਤੇ ਭਰਿਆ ਗਾ, ਸੋ ਤੁਸੀਂ ਇੱਦਾਂ ਇਹਨਾਂ ਨੂੰ ਬੁੱਕ 'ਤੇ ਭਰ ਲੈਣਾ ਗਾ। ਠੀਕ, ਸੋ ਆਈ ਹੋਪ ਕਿ ਤੁਹਾਨੂੰ ਸਾਰਾ ਲੈਸਨ ਸਮਝ ਆ ਗਿਆ ਹੋਊਗਾ। ਇਹਨੂੰ ਰੂਲਸ ਜ਼ਰੂਰ ਰੈਗੂਲੇਸ਼ਨਸ ਪੜ੍ਹ ਲੈਣੀਆਂ ਚਾਹੀਦੀਆਂ ਨੇ ਬੇਟਾ, ਕੰਮ ਆਉਂਦੀਆਂ ਨੇ। ਇਕੱਲੇ ਇਹ ਨਹੀਂ ਰੱਟਾ ਮਾਰ ਲੈਣਾ ਜਿਹੜੇ 20 ਸੈਂਟੈਂਸ ਨੇ ਕਿ ਇਹਨਾਂ ਨੂੰ ਰੱਟਾ ਮਾਰ ਲਿਆ, ਇਹਦੇ 'ਚ ਕਿਹੜੇ 'ਚ ਕੀ ਭਰਿਆ ਜਾਣਾ ਹੈ ਨਾ। ਸਾਨੂੰ ਪਤਾ ਵੀ ਹੋਣਾ ਚਾਹੀਦਾ ਕਿ ਕਿਉਂ ਭਰਿਆ ਗਿਆ ਉਹ। ਇਹਨੂੰ ਕਰੋ ਨੋਟ ਡਾਊਨ। ਮਿਲਦੇ ਆਪਾਂ ਅਗਲੀ ਐਕਟੀਵਿਟੀਜ਼। ਇਸ ਲੈਸਨ ਦੇ ਵਿੱਚ ਤੁਹਾਨੂੰ 3 ਪੈਰਾਗ੍ਰਾਫ ਵੀ ਦਿੱਤੇ ਹੋਏ ਨੇ ਹੈ ਨਾ। ਆ ਪਿਕਨਿਕ, ਆ ਸਕੂਲ ਪਿਕਨਿਕ, ਆਵਰ ਸਕੂਲ ਲਾਇਬ੍ਰੇਰੀ ਐਂਡ ਇੰਡੀਅਨ ਫਾਰਮਰ, ਉਹ ਅਗਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਉਹ ਕਰਵਾਵਾਂਗੀ। So stay tuned with channel. Bye bye.